टाइम लगा तो असी गुड्डी उड़ाते रहे हैं जी 3-4 दिन और खूब इंजॉय किया, मज़ा किया उन्होंने। अच्छा ਆਪਾਂ ਨਾ ਤਸੀਫ ਹੈਦਰ ਕਹਿੰਦਾ ਪਿਆ ਸੀ ਕਿ ਤੁਸੀਂ ਸਾਰੀ ਦੁਨੀਆ ਨੂੰ ਪੁੱਛੀ ਜਾਂਦੇ ਜੇ ਬੇਲੀਆਂ ਦਾ ਤੇ ਮੈਨੂੰ ਨਹੀਂ ਤੁਸੀਂ ਪੁੱਛਦੇ ਪਏ ਤੇ ਮੈਂ ਕਿਹਾ ਜੀ ਅਸੀਂ ਤੁਹਾਨੂੰ ਵੀ ਪੁੱਛ ਲੈਂਦੇ ਆ, ਤੁਸੀਂ ਦੱਸੋ ਤੇ ਸਹੀ। ਉਹਨੇ ਕਿਹਾ ਜੀ ਤੁਸੀਂ ਮੈਨੂੰ ਵੀ ਪੁੱਛੋ, ਮੈਂ ਵੀ ਕੁਝ ਦੱਸਣਾ ਚਾਹੁੰਦਾ ਵਾਂ। ਤੇ ਤਸੀਫ ਹੈਦਰ ਵੱਲੇ ਚੱਲਦੇ ਆ ਕਿ ਤਸੀਫ ਹੈਦਰ ਸਾਹਿਬ ਦੋਸਤਾਨੇ ਦੇ ਮੁਤਲਕ ਕੀ ਦੱਸਦੇ ਨੇ, ਕੀ ਖਿਆਲਾਤ ਨੇ ਉਹਨਾਂ ਦੇ, ਤੇ ਆਪਾਂ ਤਸੀਫ ਹੈਦਰ ਨੂੰ ਇਹਦੇ ਮੁਤਲਕ ਅੱਜ ਪੁੱਛ। ਤਸੀਫ ਹੈਦਰ ਸਾਹਿਬ ਕੀ ਹਾਲੋ ਹਾਲ ਨੇ ਤੁਹਾਡੇ ਜਨਾਬ? ਤੇ ਕੀ ਤੁਹਾਡੇ ਖਿਆਲਾਤ ਨੇ ਦੋਸਤਾਨੇ ਦੇ ਮੁਤਲਕ, ਦੋਸਤੀ ਦੇ ਮੁਤਲਕ, ਦੋਸਤ ਹੋਣ ਤੇ ਕਿਹੋ ਜਿਹੇ ਹੋਣ ਕਿਹੋ ਜਿਹੇ ਨਾ ਹੋਣ, ਇਹਦੇ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ? ਹੋਣੇ ਚਾਹੀਦੇ ਨੇ ਦੋਸਤ। ਅੱਛਾ ਜੀ, ਦੋਸਤ ਹੋਣੇ ਚਾਹੀਦੇ ਨੇ, ਬਹੁਤ ਜ਼ਰੂਰੀ ਨੇ। ਹਾਂ ਥੋੜਾ ਉੱਚੀ ਬੋਲੋ ਜ਼ਰਾ। ਨਹੀਂ ਮੈਕ ਮੇਰੇ ਮੂੰਹ ਅੱਗੇ ਲੱਗਾ, ਲੇਕਿਨ ਫਿਰ ਵੀ ਥੋੜਾ ਉੱਚੀ ਬੋਲ। ਮੇਰੀ ਆਵਾਜ਼ ਬੜੀ ਉੱਚੀ ਹੈ। ਕੋਈ ਗੱਲ ਨਹੀਂ, ਥੋੜਾ ਜਿਹਾ ਉੱਚੀ ਬੋਲਦਾ। ਤੇ ਉਹ ਦੋਸਤੀ ਭਾਈ ਹੋਣੀ ਚਾਹੀਦੀ ਹੈ, ਦੋਸਤ ਜ਼ਿੰਦਗੀ ਜ਼ਰੂਰੀ ਨੇ। ਤੇ ਬਾਕੀ ਬੇਲੋਸ ਹੋਣੇ ਚਾਹੀਦੇ ਨੇ। ਤੁਹਾਨੂੰ ਵੀ ਚਾਹੀਦਾ ਬੇਲੋਸ ਹੋਣਾ, ਅਗਲੇ ਦੋਸਤਾਂ ਤੋਂ ਵੀ ਜਿਹੜਾ ਨਾ ਉਮੀਦ ਰੱਖਣੀ ਚਾਹੀਦੀ ਕਿ ਉਹ ਬੇਲੋਸ ਹੀ ਚੱਲਣ ਸਾਡੇ ਨਾਲ। ਤੇ ਬਾਕੀ ਕਈ ਦੋਸਤ, ਕੁਝ ਦੋਸਤ ਇਸ ਤਰ੍ਹਾਂ ਦੇ ਨੇ, ਉਹ ਆਦਾ ਟਾਈਮ ਕੱਢਦੇ ਨੇ, ਕੰਮ ਕੱਢਦੇ ਨੇ, ਬਾਅਦ ਚੋਂ ਛਾਈ ਬਾਈ ਨਿਕਲ ਜਾਂਦੇ ਨੇ। ਤੇ ਦੁਬਾਰਾ ਜਿਹੜਾ ਹੈ ਨਾ ਫਿਰ ਜਦੋਂ ਕੋਈ ਕੰਮ ਪੈਂਦਾ ਹੈ ਫਿਰ ਆ ਜਾਂਦੇ। ਮੈਨੂੰ ਲੱਗਦਾ ਤੁਹਾਨੂੰ ਕਿਸੇ ਐਸੇ ਦੋਸਤ ਨੇ ਸੱਟ ਕੋ ਗੂੜੀ ਦਿੱਤੀ ਏ ਕਿ ਜਿਹੜਾ ਨਾ ਐਸੀ ਕੋਈ ਗੱਲ ਨਹੀਂ ਦੀ। ਵੈਸੇ ਬੰਦਾ ਵੇਖ ਕੇ ਨਾ ਬੰਦੇ ਨੂੰ ਸਮਝ ਆ ਜਾਂਦੀ ਹੈ। ਸੱਟ ਗੂੜੀ ਤਾਂ ਨਹੀਂ ਦਿੱਤੀ ਕੋ ਕਿਸੇ ਯਾਰ ਦੋਸਤ। ਮੇਰੇ ਸਾਰੇ ਦੋਸਤ ਚੰਗੇ ਨੇ, ਸਾਰੇ ਅੱਛੇ ਦੋਸਤ ਨੇ। ਤਸੀਫ ਹੈਦਰ ਦੇ ਸਾਰੇ ਦੋਸਤ ਚੰਗੇ ਨੇ ਜੀ, ਲੇਕਿਨ ਮੇਰਾ ਜਿੱਥੋਂ ਤੱਕ ਖਿਆਲ ਹੈ ਤਸੀਫ ਹੈਦਰ ਸਾਹਿਬ ਨਾਲ ਇਹ ਚੋਰੀ ਕੈਸਰ ਵੱਲੇ ਇਸ਼ਾਰਾ ਤਨ ਗੱਲ ਜਾ ਰਹੀ ਹੈ। ਤੇ ਚੋਰੀ ਕੈਸਰ ਤੇ ਗਿਲਾ ਸ਼ਿਕਵਾ ਹੈਗਾ ਥੋੜਾ ਜਿਹਾ। ਉਹ ਚੋਰੀ ਕੈਸਰ ਤੇ ਕੁਝ ਕੰਮ ਕਿਹਾ ਸੀ ਉਹਨੂੰ ਤੇ ਉਹਨੇ ਕੀਤਾ ਨਹੀਂ। ਉਹ ਵੀ ਸਾਡਾ ਦੋਸਤ ਹੈ, ਉਹਦਾ ਵੀ ਦੋਸਤ ਹੈ, ਲੇਕਿਨ ਉਹਨੇ ਗਲਤ ਕੰਮ ਕੀਤਾ। ਤੇ ਬਾਕੀ ਇੱਕ ਦੋ ਜਗ੍ਹਾ ਤੇ ਹੋਰ ਵੀ ਉਹਨੇ ਐਵੇਂ ਕੰਮ ਕੀਤਾ। ਤੇ ਅਸੀਂ ਤਾਂ ਉਹਦੀ ਕੀਤੀ ਬੇਲੋਸ, ਜਾਂ ਤਾਂ ਕੰਮ ਸੀ ਛੋਟਾ ਜਿਹਾ, ਉਹ ਜਿਹੜਾ ਕੰਮ ਕਰਦਾ ਹੈ ਉਹਦੇ ਆਸਰ ਨੂੰ ਕਿਹਾ ਸੀ ਕਿ ਭਾਈ ਇਸ ਤਰ੍ਹਾਂ ਫਲੈਕਸ ਹੈ ਤੇ ਉਹ ਲਾ ਦੇ ਵੀ ਚੱਲ ਤੇਰਾ ਨਿਜ਼ਾਮ ਚੱਲਦਾ ਪਿਆ। ਉਹਨੂੰ ਆਰਡਰ ਦਿੱਤਾ ਸੀ। ਮੈਨੂੰ ਹੁਣ ਸਮਝ ਲੱਗ ਗਈ। ਸਾਡੇ ਇੱਕ ਦੋਸਤ ਨੇ ਜੀ ਚੌਧਰੀ ਕੈਸਰ ਸਾਹਿਬ, ਬਹੁਤ ਅੱਛੇ ਇਨਸਾਨ ਨੇ, ਬੜੇ ਨਫੀਸ ਦੋਸਤ ਨੇ, ਲੇਕਿਨ ਕਮੀਆਂ ਕੁਤਾਈਆਂ ਹਰ ਬੰਦੇ 'ਚ ਹੀ ਹੁੰਦੀਆਂ ਨੇ। ਤੇ ਅਗਰ ਕੋਈ ਇਨਸਾਨ ਗਲਤੀ ਕਰਦਾ ਹੈ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ ਨਾ, ਅੱਜ ਕੱਲ੍ਹ ਦੇ ਦੌਰ 'ਚ ਵੀ ਬੜੀ ਵੱਡੀ ਗੱਲ ਹੈ। ਚੌਧਰੀ ਸਾਹਿਬ ਨੇ ਜਨਾਬ ਫਲੈਕਸਾਂ ਦਾ ਕੰਮ ਸ਼ੁਰੂ ਕੀਤਾ ਤੇ ਸਾਰੇ ਦੋਸਤਾਂ ਦੀ ਕੋਸ਼ਿਸ਼ ਸੀ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਆਰਡਰ ਲੈ ਕੇ ਦਈਏ, ਚਲੋ ਇਹਦਾ ਕੰਮ ਚੱਲੇ। ਅਸੀਂ ਵਿੱਚ ਲੈਣਾ ਦੇਣਾ ਵੀ ਕੁਝ ਨਹੀਂ। ਹਾਂ ਮੈਂ ਕਿਹਾ ਦੋਸਤ ਨੇ ਕੀ ਲੈਣਾ ਹੁੰਦਾ ਯਾਰ, ਕੋਈ 5000 ਮੇਰਾ ਰੱਖ ਲਈ। ਉਹ ਯਾਰ ਜੇ ਅਸੀਂ ਕਿਸੇ ਨੂੰ ਲਵਾ ਕੇ ਦੇਣੇ ਪਏ ਅੱਗੋਂ ਵੀ ਸਾਡਾ ਬੇਲੀ ਹੈ ਤੇ ਤੂੰ ਵੀ ਬੇਲੀ ਚੱਲ, ਤੁਹਾਡਾ ਨਿਜ਼ਾਮ ਤੇਰਾ ਨਿਜ਼ਾਮ ਚੱਲ ਜਾਏਗਾ। ਉਹਨੂੰ ਚਲੋ ਚੰਗੀ ਖੁਸ਼ ਹੈ, ਚਲ ਪੂਰੇ ਪੈਸੇ ਲੈ ਤੂੰ, ਲੇਕਿਨ ਅੱਛੇ ਤਰੀਕੇ ਨਾਲ ਕੰਮ ਤੇ ਕਰ ਦੇ ਨਾ। ਤੇ ਦੋਸਤ ਨੇ ਕੋਈ ਕਿਸੇ ਕੋਲੋਂ ਕੁਝ ਲੈਣਾ ਨਹੀਂ ਹੁੰਦਾ, ਉਹਨੂੰ ਇਹ ਹੀ ਹੁੰਦਾ ਕਿ ਮੇਰਾ ਬੇਲੀ ਜਿਹੜਾ ਏ, ਮੇਰਾ ਸੱਜਣ ਜਿਹੜਾ ਏ ਉਹ ਸੁਖੀ ਹੋ ਜਾਵੇ, ਉਹਦਾ ਕਾਰੋਬਾਰ ਚੱਲ ਜਾਵੇ। ਤੁਸੀਂ ਹੈਦਰ ਭਾਈ ਦਾ ਕਹਿਣਾ ਹੈ ਕਿ ਅਸੀਂ ਇੱਕ ਦੋਸਤ ਦਾ ਕੰਮ ਕਰਵਾਇਆ ਉਹਦੇ ਕੋਲੋਂ, ਉਹਨਾਂ ਕੋਲ ਫਲੈਕਸਾਂ ਲਵਾਈਆਂ, ਲੇਕਿਨ ਚੌਧਰੀ ਸਾਹਿਬ ਨੇ ਜਨਾਬ ਆਪਣਾ ਨਾਕਸ ਮਟੀਰੀਅਲ ਲਾ ਕੇ ਇੱਕ ਤਾਂ ਉਹਨਾਂ ਦਾ ਕੰਮ ਨਹੀਂ ਕੀਤਾ, ਦੂਸਰਾ ਤੁਸੀਂ ਹੈਦਰ ਕਹਿੰਦਾ ਕਿ ਉਹਦੇ ਨਾਲ ਲੜਨ ਲੱਗੇ। ਮੈਂ ਉੱਤੋਂ ਚਲਾ ਗਿਆ, ਮੈਂ ਜਾ ਕੇ ਮਨਾ ਕੀਤਾ ਔਰ ਦੁਬਾਰਾ ਕਹਿਣ ਦੇ ਬਾਵਜੂਦ ਉਹਦਾ ਕੰਮ ਨਹੀਂ ਹੋਇਆ। ਤੇ ਇਸ ਗੱਲੋਂ ਹਮੇਸ਼ਾ ਉਹਨੂੰ ਫੋਨ ਕੀਤੇ ਨੇ ਕਿ ਭਾਈ ਆ ਯਾਰ ਕੋ ਕਿਸੇ ਨੇ ਬੰਨੇ ਲਾ, ਉਹ ਹੀ ਲਾ ਦੇ, ਉਹ ਵੀ ਨਹੀਂ ਲਾ ਕੇ ਗਿਆ। ਹਮੇਸ਼ਾ ਜਿਹੜਾ ਨਾ ਕਮ ਅਜ਼ ਕਮ ਇਸ ਤਰ੍ਹਾਂ ਦਾ ਰਵੱਈਆ ਰੱਖੋ ਕਿ ਜਿਹੜੇ ਤੁਸੀਂ ਕੱਲ ਨੂੰ ਇੱਕ ਦੂਜੇ ਦੇ ਮੱਥੇ ਲੱਗਣ ਲੱਗੇ ਰਹਿ ਜਾਵੋ ਕਿ ਤੁਹਾਨੂੰ ਅਗਲੇ ਦੇ ਜਦੋਂ ਤੁਸੀਂ ਜਾ ਕੇ ਮੱਥੇ ਲੱਗੋ ਤੇ ਤੁਹਾਨੂੰ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ, ਜਾਂ ਤੁਸੀਂ ਚੌਧਰੀ ਕੈਸਰ ਵਾਂਗੂ ਲੱਭੋ ਹੀ ਨਾ। ਮੈਂ ਕਿਹਾ ਚੌਧਰੀ ਨੇ ਜਦੋਂ ਦੀ ਇਹ ਹਰਕਤ ਕੀਤੀ ਹੈ, ਚੌਧਰੀ ਉਸ ਤੋਂ ਬਾਅਦ ਸਾਨੂੰ ਨਜ਼ਰ ਨਹੀਂ ਆਇਆ ਹੀ ਨਹੀਂ। ਅਸੀਂ ਇਹਨੂੰ ਕੀ ਕਹਿਣਾ ਹੈ, ਲੇਕਿਨ ਉਹ ਕਮ ਅਜ਼ ਕਮ ਸਾਡੇ ਮੱਥੇ ਤਾਂ ਲੱਗ ਆ ਤੇ ਸਹੀ। ਸਾਨੂੰ ਮਸਾ ਆਖਿਰ ਤਾਂ ਇਹਦਾ ਹੱਲ ਕੱਢਣਾ ਹੈ ਨਾ, ਕਿਤੇ ਨਾ ਕਿਤੇ ਬੰਨੇ ਲਾਣੀ ਨਾ ਕਰ। ਇਸ ਤਰ੍ਹਾਂ ਅੱਜ ਨਹੀਂ, ਕੱਲ ਨਹੀਂ, ਸਾਲ ਨੂੰ ਨਹੀਂ, ਉਹ ਹੀਰ ਮੱਥੇ ਲੱਗਾ ਦੇ ਫਿਰ ਉਹਨੂੰ ਪੁੱਛਾਂਗੇ ਕੀ ਉਹਦੇ ਕੋਲ ਜਿਹੜਾ ਨਾ, ਉਹਨੂੰ ਅਸੀਂ ਆਪ ਫੋਨ ਕਰਦੇ ਨੇ, ਆ ਯਾਰ ਤੇਰਾ ਮਾਮਲਾ ਹੱਲ ਕਰੀਏ ਤੇ ਲਵਾਈਏ, ਲੇਕਿਨ ਉਹ ਇਸ ਤਰ੍ਹਾਂ ਸਗੋਂ ਮੇਰਾ ਖਿਆਲ ਹੁੰਦਾ ਜ਼ਿਆਦਾ ਨੁਕਸਾਨ ਹੋ ਗਿਆ। ਉਵੇਂ ਅਗਰ ਉਹ ਫਲੈਕਸ ਦੁਬਾਰਾ ਲਵਾ ਦਿੰਦਾ
ਲਵਾ ਦਿੰਦਾ ਤੇ ਉਹ ਅੱਛੀ ਗੱਲ ਸੀ, ਉੱਥੇ ਹੀ ਕਹਿੰਦਾ ਭਾਈ ਠੀਕ ਹੈ ਮੈਂ ਲਾ ਦੇਣਾ, ਕੋਈ ਮਸਲਾ ਨਹੀਂ ਦਾ। ਠੀਕ ਹੈ, ਜਿਹਨੇ ਪੈਸੇ ਦਿੱਤੇ ਨੇ 40-50 ਹਜ਼ਾਰ ਰੁਪਇਆ ਦਿੱਤਾ ਹੈ, ਉਹਨੂੰ 3-4 ਹਫ਼ਤਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਉਹ ਲੈ ਜਾਵੇ, ਉਹਨੇ ਤੇ ਕਹਿਣਾ ਯਾਰ ਉਹ ਕਿਸੇ ਹੋਰ ਕੋਲ ਲੱਗੀ ਹੁੰਦੀ ਉਹਨੂੰ ਤਕਲੀਫ ਨਹੀਂ ਸੀ ਹੋਣੀ। ਆਪਣੇ ਦੋਸਤ ਕੋਲੋਂ ਲਵਾਈ ਉਹਨੇ ਤੇ ਉਹਨੂੰ ਜ਼ਿਆਦਾ ਤਕਲੀਫ ਹੋਈ, ਤੇ ਉਹ ਲਿਆਦਾ ਉਹਨੂੰ ਚਲੋ ਮੈਨੇਜ ਕਰਦਾ ਤਰੀਕੇ ਨਾਲ, ਇਹ ਵਾਕਈ ਉਸ ਦਿਨ ਨਾਲ ਲੱਗ ਪੈਣਾ ਸੀ। ਇੱਕ ਤਾਂ ਜਿਹੜਾ ਨਾ ਮੈਂ ਅਕਸਰ ਦੋਸਤਾਂ ਨੂੰ ਕਹਿੰਦਿਆਂ ਸੁਣਿਆ ਕਿ ਯਾਰ ਕਾਰੋਬਾਰ ਆਪਣੀ ਜਗ੍ਹਾ ਤੇ ਦੋਸਤਾਂ ਨਾਲ ਆਪਣੀ ਜਗ੍ਹਾ ਤੇ, ਲੇਕਿਨ ਹੁਣ ਅਗਰ ਇੱਕ ਦੋਸਤ ਨਵਾਂ ਕੰਮ ਸ਼ੁਰੂ ਕਰਦਾ ਏ ਤੇ ਉਸ ਕੰਮ ਦੀ ਦੂਸਰੇ ਦੋਸਤ ਨੂੰ ਜ਼ਰੂਰਤ ਏ ਤੇ ਉਹ ਕਿਵੇਂ ਛੱਡ ਕੇ ਤੇ ਉਹਨੂੰ ਪਾਸੇ ਵਾਲੇ ਬੰਦੇ ਕੋ ਕਰਾ ਲਵੇ ਜਾ ਕੇ। ਉਹਦੀ ਕੋਸ਼ਿਸ਼ ਹੁੰਦੀ ਕਿ ਚੱਲ ਮੈਂ ਆਪਦੇ ਤਲਕ ਵਾਲੇ ਬੰਦੇ ਕੋ ਕਰਾਵਾਂ ਤੇ ਇਹ ਅੱਛੇ ਤਰੀਕੇ ਨਾਲ ਕਰ ਦੇਵੇਗਾ। ਦੂਸਰਾ ਭਾਈ ਤੁਹਾਡੀ ਗੱਲ ਟੋਕਣ ਲੱਗਾ ਵਾਂ, ਉਹਦਾ ਨੁਕਸਾਨ ਉਹਨੇ ਇੱਕ ਤਾਂ ਆਪਦਾ ਗਾਹ ਵੀ ਗਵਾਇਆ, ਅੱਗੋਂ ਜਿਹੜਾ ਜਿੰਦੀ ਲਾਈ ਸੀ ਫਲੈਕਸ ਉਹਨੇ ਅੱਗੋਂ 50 ਬੰਦੇ ਦੇਣੇ ਸੀ। ਠੀਕ ਹੈ, ਇਹ ਲਿਖੀ ਪੜੀ ਗੱਲ। ਦੂਸਰਾ ਉਹਨੂੰ ਵੀ ਗਵਾਇਆ ਤੇ ਸਾਡੇ ਤੋਂ ਵੀ ਹੈ, ਸਾਡੀ ਕੋਈ ਲੜਾਈ ਝਗੜਾ ਤਾਂ ਨਹੀਂ ਚੋਰੀ ਨਾਲ, ਤੇ ਉਹ ਸਾਨੂੰ ਸਾਡੇ ਕੋ ਵੀ ਆਣਾ ਛੱਡ ਗਿਆ, ਸਾਨੂੰ ਵੀ ਬੁਲਾਣਾ ਛੱਡ ਗਿਆ, ਸਾਨੂੰ ਤਾਂ ਲੱਭਦਾ ਹੀ ਨਹੀਂ। ਠੀਕ ਹੈ, ਉਹ ਕਹਿੰਦਾ ਮੀਆਂ ਮੈਂ ਨਹੀਂ ਕੋਲ ਮੈਂ ਨਹੀਂ ਮੈਂ ਇਸ ਟਾਈਮ ਮੀਆਂ ਚੌਧਰੀ ਆਦਮੀ ਹੈ, 3-4 ਮੈਂ ਨਹੀਂ ਕਿਹੜਾ ਜੀ ਭਾਈ ਜੀ, ਮੈਂ ਨਹੀਂ ਤੁਸੀਂ ਐਡੀ ਮਾਰੂ ਮਸ਼ਹੂਰੋ ਹਸਤੀ ਹੈ ਮੈਂ ਨਹੀਂ। ਅੱਛਾ ਮੈਂ ਨਹੀਂ ਮੈਂਬਰ, ਹਾਂਜੀ ਹਰਿਆ ਆ ਮੈਂਬਰ ਨਾ ਯਾਰ, ਯਾਨੀ ਕਿ ਰਣਮਰੀਦ ਆ ਫਿਰ ਹਾਰਜੀਤ ਦਾ ਨਾਲ ਹੀ ਹੈ ਨਾ, ਉਹ ਪੀਟੀਆਈ ਦਾ ਹਾਰਜੀਤ ਤਾਂ ਚਲੋ ਹੋ ਗਈ ਤੇ ਰਣਮਰੀਦ ਦੀ ਤੇ ਰਣਮਰੀਦੀ ਦੇ ਵਿੱਚ ਫੇਲ ਹੋ ਰਣਮਰੀਦੀ ਚ ਫੇਲ ਹੈ ਮੈਂ ਨਹੀਂ ਰਣਮਰੀਦੀ ਚ ਫੇਲ ਹੈ ਹੋਰ। ਅੱਛਾ ਇਹਨੂੰ ਵੈਸੇ ਪੂਰਾ ਰਣਮਰੀਦ ਹੈ। ਓਪੋਜੀਸ਼ਨ ਲੀਡਰ ਦਾ ਖਿਤਾਬ ਨਾ ਦੇ ਦਈਏ ਕਿ ਜਿਹੜਾ ਬੰਦਾ ਸਾਡੇ ਨਾਲ ਰੋਸਦਾ ਹੈ ਉਹ ਜਾ ਕੇ ਉਹਦੇ ਕੋਲ ਬਹਿ ਜਾਂਦਾ। ਹਾਂ ਓਪੋਜੀਸ਼ਨ ਲੀਡਰ ਬਣ ਗਿਆ ਉਹ, ਬਦੋ-ਬਦੀ ਬਣ ਗਿਆ ਓਪੋਜੀਸ਼ਨ ਲੀਡਰ ਮਹਿਰ ਨਈਮ ਦਾ ਵੀ, ਮਹਿਰ ਨਈਮ ਅਸਗਰ ਦਾ ਵੀ ਤੁਹਾਨੂੰ ਕਿੱਸਾ ਸੁਣਾਵਾਂਗੇ ਜੀ। ਮਹਿਰ ਨਈਮ ਸਾਹਿਬ ਬੜੀ ਮਸ਼ਹੂਰ ਮਰੂਫ ਹਸਤੀ ਨੇ ਕਸੂਰ ਦੀ, ਤੇ ਨੈਕਸਟ ਜਿਹੜਾ ਵਲੌਗ ਆਵੇਗਾ ਨਾ ਉਹਦੇ ਵਿੱਚ ਆਪਾਂ ਮਹਿਰ ਨਈਮ ਨੂੰ ਡਿਸਕਸ ਕਰਾਂਗੇ। ਨੈਕਸਟ ਵਲੌਗ ਕਮਿੰਗ ਸੂਨ। ਇਹ ਸਾਰੀਆਂ ਮਹਿਰ ਨਈਮ ਅਸਗਰ ਗੱਲਾਂ ਕਰਨ ਦਾ ਮਕਸਦ ਇਹ ਵੇ ਕਿ ਜਿਹੜੇ ਸੱਜਣਾ ਨਾਲ ਗਿਲੇ ਸ਼ਿਕਵੇ ਹੁੰਦੇ ਨੇ ਤੇ ਉਹ ਗਿਲੇ ਸ਼ਿਕਵੇ ਦੂਰ ਕਰੀਦੇ ਨੇ। ਇਹ ਨਹੀਂ ਕਰੀਦਾ ਕਿ ਉਹਨਾਂ ਨੂੰ ਦਿਲ 'ਚ ਜਨਾਨੀਆਂ ਦੇ ਨਾਲ ਰੁੱਸ ਕੇ ਬਹਿ ਕਿ ਦਿਲ 'ਚ ਗੰਢ ਬੰਨ ਲਈਏ ਤੇ ਉਹਨਾਂ ਨੂੰ ਕਹੀਏ ਕਿ ਬਸ ਬਈ ਹੁਣ ਅਸੀਂ ਜਿਹੜਾ ਨਾ ਉਹ ਸਾਡਾ ਮਰਨ ਜੀਵਨ ਹੀ ਮੁੱਕ ਗਿਆ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਹਰਕਤਾਂ ਇੱਕ ਹੋਰ ਵੀ ਸਾਡੇ ਸੱਜਣ ਜੀ ਇੱਕ ਹੋਰ ਤੁਹਾਨੂੰ ਦੱਸਾਂ, ਆਪਾਂ ਦੇ ਕੋਲ 2-3 ਵਾਰ ਗਏ ਆ ਦੁਨੀਆ ਚ ਹੁੰਦਾ ਹੈ, ਜਦੋਂ ਤੁਸੀਂ ਮੇਰੇ ਨਾਲ ਨਹੀਂ ਲੜੇ, ਤੁਸੀਂ ਮੈਨੂੰ ਕਿਹਾ ਲਿਆ ਤੂੰ ਭੈਣ ਜੋ ਵੀ ਗਾਲਾਂ ਗੱਡੀਆਂ ਦੇ ਗਿਆ ਨਹੀਂ ਆਣਾ, ਮੈਂ ਸਾਲ ਪੂਰਾ ਨਹੀਂ ਆਇਆ, ਮੈਂ ਚਲਾ ਗਿਆ ਕਿਤੇ ਲੋਰ ਚਲਾ ਗਿਆ ਕਿਤੇ ਵੀ ਸਾਂ, ਮੈਂ ਨਹੀਂ ਤੁਹਾਡੇ ਕੋਲ ਆਇਆ। ਜਦੋਂ ਆਪਾਂ ਇੱਕ ਦੂਜੇ ਦੇ ਮੱਥੇ ਲੱਗੇ ਆ ਕੋਈ ਗੱਲ ਰਹੇਗੀ ਸੀ? ਕੋਈ ਵੀ ਨਹੀਂ। ਉਸ ਟਾਈਮ ਮੈਂ ਵਿਹਲਾ ਸਾਂ ਤੇ ਆਪਣਾ ਕੰਮ ਤੁਹਾਡਾ ਫੁੱਲ ਟਾਈਮ ਤੇ ਜਾ ਰਿਹਾ ਸੀ। ਤੁਸੀਂ ਕਿਹਾ ਯਾਰ ਤੂੰ ਕੀ ਕਰਨਾ ਪਿਆ? ਮੈਂ ਕਿਹਾ ਮੈਂ ਕੁਝ ਵੀ ਨਹੀਂ ਵਿਹਲਾ। ਤੁਸੀਂ ਕਿਹਾ ਦੁਕਾਨ ਤੇ ਆ, ਤੇ ਮੈਂ ਦੁਕਾਨ ਤੇ ਉਦੋਂ ਦਾ ਮੈਂ ਦੁਕਾਨ ਤੇ ਹੀ ਆ। ਠੀਕ ਹੈ, ਤੇ ਚਲੋ ਜਿੱਥੇ ਦੋਸਤਾਨੇ ਦੇ ਵਿੱਚ ਗੱਲਾਂ ਹੋ ਜਾਂਦੀਆਂ ਨੇ, ਲੇਕਿਨ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਉਹ ਸੱਜਣ ਨਹੀਂ ਹੁੰਦੇ ਜਿਹੜੇ ਸੱਜਣਾ ਨੂੰ ਇਸਤੇਮਾਲ ਕਰਨ ਇਹ ਸੋਚ ਕੇ। ਵੈਸੇ ਤੇ ਮੈਂ ਕਹਿੰਦਾ ਵਾਂ ਬੇਲੀ ਹੁੰਦੇ ਇਸਤੇਮਾਲ ਹੋਣ ਵਾਸਤੇ ਨੇ। ਇੱਕ ਜਿਹੜਾ ਬੇਲੀਆਂ ਦਾ ਆਪਸ 'ਚ ਰਿਸ਼ਤਾ ਹੁੰਦਾ ਨਾ, ਉਹ ਭੱਜ ਕੇ ਇੱਕ ਦੂਜੇ ਦੇ ਕੰਮ ਕਰਨ ਵਾਸਤੇ ਹੁੰਦੇ ਨੇ। ਲੇਕਿਨ ਕੁਛ ਹਜ਼ਰਾਤ ਐਸੇ ਵੀ ਹੁੰਦੇ ਨੇ ਜਿੰਦੀ ਪਿਛਲੀ ਵਾਰੀ ਗੱਲ ਸੁਣਾਈ ਸੀ ਤੁਹਾਨੂੰ, ਕਿ ਉਹ ਆਪਦੇ ਜ਼ਿਹਨ 'ਚ ਰੱਖਦੇ ਨੇ ਕਿ ਅਸੀਂ ਇੰਨਾ ਕੁ ਟਾਈਮ ਦੇਣਾ ਹੈ, ਇੰਨਾ ਟਾਈਮ ਦੇ ਕੇ ਅਸੀਂ ਆਪਦਾ ਕੰਮ ਕਰਾ ਕੇ ਤੇ ਅਸੀਂ ਨਿਕਲ ਜਾਣਾ, ਉਸ ਤੋਂ ਬਾਅਦ ਮੱਥੇ ਨਹੀਂ ਲੱਗਣਾ। ਨਹੀਂ ਇਹ ਗਲਤ ਗੱਲ ਹੈ। ਤੇ ਵੈਸੇ ਨਹੀਂ ਨੂੰ ਅਸਾਂ ਉਸ ਦੇ ਬਾਵਜੂਦ ਜਦੋਂ ਦਾ ਰੁੱਸ ਕੇ ਗਿਆ 2-3-4 ਵਾਰ ਅਸਾਂ ਗਏ ਉਹਦੇ ਕੋਲ, ਗਏ ਆ ਮਿਲ ਕੇ ਆਏ ਆ। ਉਹਨੂੰ ਵੀ ਚਾਹੀਦਾ ਸੀ ਆਣਾ, ਲੇਕਿਨ ਢਿੱਡ 'ਚ ਖੋਟ ਮੈਂ ਰੱਖੀ ਨਾ ਨਹੀਂ ਆਉਂਦਾ। ਜਿਸ ਬੰਦੇ ਦੇ ਢਿੱਡ 'ਚ ਖੋਟ ਹੋਏਗੀ ਉਹਨੇ ਤੁਹਾਡੇ ਕੋਲ ਕੀ ਆਣਾ ਹੈ ਜਾਂ ਉਹਨੇ ਬੇਲਪੁਣਾ ਨਿਭਾਉਣ ਦੀ ਕੀ ਕੋਸ਼ਿਸ਼ ਕਰਨੀ ਹੈ।